बहुत धन्यवाद है आज इस दिन के लिए कि परमेश्वर ने समा दिता है एक बार फिर तो परमेश्वर की आराधना करते हैं। सो आइए सब मिलकर ਅਸੀਂ आराधना करेंगे। ਅੱਜ ਸਾਡੇ ਵਿੱਚ सिस्टर पायल कल्याण जी ने जो ਅੱਜ ਸਾਡੀ आराधना ਦੇ ਵਿੱਚ ਅਗਵਾਈ ਕਰਨਗੇ। ਸੋ ਆइए ਅਸੀਂ आराधना ਵਿੱਚ ਜਾਣ ਤੋਂ ਪਹਿਲਾਂ ਛੋਟੀ ਜਿਹੀ ਪ੍ਰਾਰਥਨਾ ਕਰਾਂਗੇ और ਸਾਰਾ ਸਮਾਂ परमेश्वर ਦੇ ਹੱਥਾਂ ਵਿੱਚ ਲਾਂਗੇ। ਇਹ ਸਭ ਪ੍ਰਾਰਥਨਾ ਵਿੱਚ ਹੋਣ। महान सामर्थ्य ते जीवित खुदावन तुहाडा धन्नवाद करते हैं प्रभु आज इस दिन के लिए इस समय के लिए खुदावन की समा देता है प्रभु यीशु मसीह सुंदर अवसर है खुदावन हर एक चीज़ का धन्यवाद प्रभु और खुदा आज के आराधक तुहाडे देने प्रभु यीशु मसीह आज के प्रचारक तुहाडे सौंपदे प्रभु यीशु मसीह सब कुछ तेरे गले ते देने मेरे महान परमेश्वर सबना सुनने वालों ते बड़ी तेरी आशीष होए परमेश्वर बरकत है खुदावन का धन्यवाद करते हैं प्रभु जी और परमेश्वर खास करके सिस्टर पायल के लिए प्रार्थना है खुदावन उनकी जिंदगी में काम करना खुदावन जो तेरी बेटी बोले खुदावन सब जिंदगी में काम करे प्रभु यीशु पर धन्यवाद करते सामर्थ्य नाम प्रभु यीशु मसीह विच मंग गया आमीन। प्रभु यीशु मसीह ਦੇ ਮਿੱਠੇ ਤੇ ਸਮਰਥੀ ਨਾਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ ਇਸ ਪੇਜ ਦੇ ਲਈ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਪਰਮੇਸ਼ਰ ਦੀ ਮਹਿਮਾ ਦੇ ਲਈ ਗਾ ਸਕਾਂ ਕੁਝ ਗੀਤਾਂ ਨੂੰ ਤਾਂ ਕਿ ਅਸੀਂ ਸਾਰੇ ਮਿਲ ਕੇ ਪਰਮੇਸ਼ਰ ਦੀ ਆਰਾਧਨਾ ਕਰ ਸਕੀਏ। ਮੈਂ ਧੰਨਵਾਦ ਕਰਦੀ ਹਾਂ ਕਿ ਪਰਮੇਸ਼ਰ ਨੇ ਸਾਨੂੰ ਇਹ ਪਲੇਟਫਾਰਮ ਦਿੱਤਾ ਜਿਹਦੇ ਦੇ ਉੱਤੇ ਅਸੀਂ ਪਰਮੇਸ਼ਰ ਦੀ ਆਰਾਧਨਾ ਕਰਦੇ ਹਾਂ ਤਾਂ ਕਿ ਬਹੁਤ ਸਾਰੇ ਲੋਕਾਂ ਤੱਕ ਇਹ ਆਰਾਧਨਾ ਪਹੁੰਚੇ ਤਾਂ ਕਿ ਉਹਨਾਂ ਦੇ ਜੀਵਨ ਬਦਲ ਜਾਣ ਵਚਨ ਪਹੁੰਚੇ ਤਾਂ ਕਿ ਉਹਨਾਂ ਦੇ ਜੀਵਨ ਬਦਲ ਜਾਣ। ਆਈਏ ਇਸ ਆਰਾਧਨਾ ਦੀ ਸ਼ੁਰੂਆਤ ਅਸੀਂ ਪ੍ਰਾਰਥਨਾ ਦੇ ਨਾਲ ਕਰਾਂਗੇ। ਧੰਨਵਾਦ ਕਰਦੇ ਹਾਂ ਜੀਵਿਤ ਅਨੁਗ੍ਰਹਿਕਾਰੀ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਸੁੰਦਰ ਮੁਬਾਰਕ ਦਿਨ ਦੇ ਲਈ ਜੋ ਸਾਡੇ ਜੀਵਨਾਂ ਦੇ ਵਿੱਚ ਤੁਸੀਂ ਬਖਸ਼ਿਆ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾਵੰਦ ਪਰਮੇਸ਼ਰ ਜਦੋਂ ਅਸੀਂ ਤੁਹਾਡੀ ਆਰਾਧਨਾ ਕਰਨ ਜਾ ਰਹੇ ਹਾਂ ਖੁਦਾਵੰਦ ਪ੍ਰਭੂ ਤੁਹਾਡਾ ਵਚਨ ਕਹਿੰਦਾ ਹੈ ਪ੍ਰਭੂ ਕਿ ਪਿਤਾ ਪਰਮੇਸ਼ਰ ਮੇਰੇ ਲੋਕ ਜਿਹੜੇ ਨੇ ਉਹ ਆਰਾਧਨਾ ਤੇ ਆਤਮਾ ਤੇ ਸੱਚਾਈ ਦੇ ਨਾਲ ਮੇਰੀ ਆਰਾਧਨਾ ਕਰਨ ਖੁਦਾਵੰਦ ਪਿਤਾ ਪਰਮੇਸ਼ਰ ਹੋਣ ਦੇ ਖੁਦਾਵੰਦ ਪ੍ਰਭੂ ਸਾਡੇ ਗਲਿਆਂ ਨੂੰ ਛੂ ਖੁਦਾਵੰਦ ਪਰਮੇਸ਼ਰ ਪ੍ਰਭੂ ਜੀ ਉਹ ਖੁਦਾਵੰਦ ਪ੍ਰਭੂ ਜੀ ਜਦੋਂ ਅਸੀਂ ਆਰਾਧਨਾ ਕਰੀਏ ਖੁਦਾਵੰਦ ਅਸੀਂ ਤੇਰੇ ਸੱਚੇ ਆਰਾਧਕ ਠਹਿਰੀਏ ਖੁਦਾਵੰਦ ਪ੍ਰਭੂ ਜੀ ਹੁਣ ਪਾਏ ਪ੍ਰਭੂ ਜੀ ਸਾਡੇ ਜੀਵਨਾਂ ਦੇ ਵਿੱਚ ਜੋ ਵੀ ਗੁਨਾਹ ਪਾਪ ਹੋਏ ਤੁਸੀਂ ਸਾਨੂੰ क्षमा करो खुदावंद प्रभु जी और खुदावंद प्रभु धन्यवाद करती हैं खुदावंद पिता परमेश्वर प्रभु जी मैं प्रार्थना करती हैं प्रभु जितने लोग इस टाइम देख रहे प्रभु इस वीडियो ਨੂੰ खुदावंद पिता परमेश्वर प्रभु यीशु मसीह ਹੁਣ ਪਾਏ ਤੁਹਾਡਾ ਮਸਾ ਤੁਹਾਡਾ ਅਭਿਸ਼ੇਕ ਉਹਨਾਂ ਦੇ ਜ਼ਿੰਦਗੀਆਂ ਦੇ ਵਿੱਚ ਕਾਰੇ ਕਰੇ खुदावंद पिता परमेश्वर ਤਾਂ ਕਿ खुदावंद बहुत से लोग ਜਿਹੜੇ ਵੀ ਇਸ ਵੀਡੀਓ ਨੂੰ ਦੇਖਣ प्रभु यीशु मसीह ਤੁਹਾਡਾ ਆਤਮਾ ਉਹਨਾਂ ਨੂੰ ਟੱਚ ਕਰੇ खुदावंद पिता परमेश्वर ਉਹਨਾਂ ਦੇ ਜੀਵਨ ਬਦਲਣ ਯੀਸ਼ु मसीह ਦੇ ਸਮਰਥੀ ਨਾਮ ਦੇ ਵਿੱਚ खुदावंद पिता परमेश्वर ਧੰਨਵਾਦ ਕਰਦੇ ਹਾਂ ਖੁਦਾਵੰਦ ਤੁਸੀਂ ਸਾਡੀਆਂ ਦੁਆਵਾਂ ਨੂੰ ਸੁਣਿਆ ਖੁਦਾਵੰਦ ਯੀਸ਼ੂ ਮਾਰੇ ਸਾਡੇ ਉਧਾਰਕਰਤਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ। ਆਈਏ ਅਸੀਂ ਪਰਮੇਸ਼ਰ ਦੀ ਆਰਾਧਨਾ ਕਰਾਂਗੇ ਕੁਝ ਪੁਰਾਣੇ ਜ਼ਬੂਰਾਂ ਨੂੰ ਗਾ ਕੇ ਅਸੀਂ ਸਾਰੇ ਜਾਣਦੇ ਹਾਂ ਉਸ ਜ਼ਬੂਰਾਂ ਨੂੰ ਤੇ ਮੈਂ ਤੁਹਾਨੂੰ ਇੱਕ ਵਚਨ ਦੱਸਣਾ ਚਾਹੁੰਦੀ ਹਾਂ ਜ਼ਬੂਰ ਉਹਦਾ ਜਾਂ ਭਜਨ ਸੰਹਿਤਾ ਉਹਦਾ 9ਵਾਂ ਅਧਿਆਇ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਹ ਸਾਨੂੰ ਵਚਨ ਦੱਸਦਾ ਆ ਕਿ ਸਾਡਾ ਪਰਮੇਸ਼ਰ ਜਿਹੜਾ ਉਹ ਧਰਮ ਦੇ ਨਾਲ ਨਿਆਂ ਕਰਨ ਵਾਲਾ ਪਰਮੇਸ਼ਰ ਹੈ ਉਹ ਆਪਣੇ ਸਿੰਘਾਸਨ ਦੇ ਉੱਤੇ ਬੈਠਾ ਹੋਇਆ ਹੈ ਤੇ ਉਹ ਧਰਮ ਦੇ ਨਾਲ ਨਿਆਂ ਕਰਦਾ ਹੈ ਹਾਲੇਲੂਇਆ। ਆਈਏ ਜਦੋਂ ਅਸੀਂ ਕੁਝ ਜ਼ਬੂਰਾਂ ਨੂੰ ਗਾਣ ਜਾ ਰਹੇ ਹਾਂ ਇਹ ਜ਼ਬੂਰ ਕੁਝ ਪਰਮੇਸ਼ਰ ਦੀ ਵਿਸ਼ੇਸ਼ਤਾਵਾਂ ਨੂੰ ਪਰਮੇਸ਼ਰ ਦੀ ਜਿਹੜੀ ਕਰੈਕਟਰਿਸਟਿਕਸ ਹੈ ਜਿਹੜੇ ਐਟਰੀਬਿਊਟਸ ਹੈ ਉਹਨਾਂ ਨੂੰ ਦਰਸਾਉਂਦਾ ਆ ਤੇ ਜਦੋਂ ਅਸੀਂ ਇਹ ਜ਼ਬੂਰ ਗਾਈਏ ਆਈਏ ਅਸੀਂ ਪਰਮੇਸ਼ਰ ਦੇ ਉਹ ਸੁੰਦਰ ਚਿਹਰੇ ਨੂੰ ਨਿਹਾਰੀਏ ਕਿ ਸਾਡਾ ਪਰਮੇਸ਼ਰ ਕਿੱਦਾਂ ਦਾ ਵਾ ਤੇ ਕਿੱਦਾਂ ਅਸੀਂ ਉਹਦੀ ਆਰਾਧਨਾ ਕਰਨੀ ਹੈ। ਆਈਏ ਤੁਸੀਂ ਸਾਰੇ ਮਿਲ ਕੇ ਮੇਰੇ ਨਾਲ ਇਸ ਗੀਤ ਨੂੰ ਗਾਓ। दायम यहोवा या रब कायम है तख्त तेरा दायम यहोवा या रब कायम है तख्त तेरा तू वास्ते नया दे अपना है बिछाया दायम यहोवा या है तख्त तेरा
ਆਈਏ ਅਸੀਂ ਉਹਨੂੰ ਆਪਣੇ ਧੰਨਵਾਦ ਦਾ ਬਲੀਦਾਨ ਚੜ੍ਹਾਈਏ, ਕਿਉਂਕਿ ਸਾਡੇ ਕੋਲ ਇਹੋ ਜਿਹਾ ਕੁਝ ਵੀ ਨਹੀਂ ਆ ਜਿਹੜਾ ਅਸੀਂ ਉਹਨੂੰ ਧੰਨਵਾਦ ਦਾ ਜਿਹੜਾ ਅਸੀਂ ਉਹਨੂੰ ਦੇ ਸਕਦੇ ਹਾਂ, ਕਿਉਂਕਿ ਸਾਡੇ ਕੋਲ ਸਿਰਫ ਇੱਕ ਚੀਜ਼ ਆ, ਕਿਉਂਕਿ ਜੋ ਕੁਝ ਵੀ ਸਾਡੇ ਕੋਲ ਆ ਉਹ ਪਰਮੇਸ਼ਰ ਦਾ ਦਿੱਤਾ ਹੋਇਆ। ਆਈਏ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਥੋੜ੍ਹੀ ਦੇਰ ਪਰਮੇਸ਼ਰ ਦਾ ਧੰਨਵਾਦ ਕਰੀਏ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਸ ਸਮੇਂ ਅਸੀਂ ਪਰਮੇਸ਼ਰ ਦੀ ਸਿਫਤ ਕਰਾਂਗੇ ਇੱਕ ਹੋਰ ਗਾਣਾ ਗਾਉਂਦੇ ਹੋਏ, ਇੱਕ ਜ਼ਬੂਰ ਨੂੰ ਗਾਉਂਦੇ ਹੋਏ। ਹਾਲੇਲੂਇਆ, ਹਾਲੇਲੂਇਆ। ਤੇਰੀਆਂ ਸਿਫਤਾਂ ਦੇ ਗਾਉਣੇ ਆ, ਗੀਤ ਕਰਦਾ ਸ਼ੁਕਰ ਖੁਦਾ, ਮੇਰੇ ਰੱਬਾ ਇਹ ਹੈ ਚੰਗੀ ਰੀਤ, ਕਰਦਾ ਸ਼ੁਕਰ ਖੁਦਾ। ਤੇਰੀਆਂ ਸਿਫਤਾਂ ਦੇ ਗਾਉਣੇ ਆ, ਗੀਤ ਕਰਦਾ ਸ਼ੁਕਰ ਖੁਦਾ। ਤੇਰੇ ਹੱਥ ਦੀਆਂ ਕਾਰਾਗਰੀਆਂ, ਤੇਰੇ ਹੱਥ ਦੀਆਂ ਕਾਰਾਗਰੀਆਂ, ਵੇਖ ਖੁਸ਼ੀ ਦੇ ਅੱਜ ਵਜਾਵਾਂ, ਵੇਖ ਖੁਸ਼ੀ ਦੇ ਅੱਜ ਵਜਾਵਾਂ, ਕਰੀਏ ਅੱਜ ਸਦਾ ਕਰ ਸ਼ੁਕਰ ਖੁਦਾ, ਮੇਰੇ ਰੱਬਾ ਇਹ ਹੈ ਚੰਗੀ ਰੀਤ, ਕਰਨਾ ਸ਼ੁਕਰ ਖੁਦਾ। ਆਪਣੇ ਕੰਮਾਂ ਤੋਂ ਯਾਰ ਰੱਬਾ, ਆਪਣੇ ਕੰਮਾਂ ਤੋਂ ਯਾਰ ਰੱਬਾ, ਮੈਨੂੰ ਤੂੰ ਖੁਸ਼ਹਾਲ ਹੈ ਕੀਤਾ, ਮੈਨੂੰ ਤੂੰ ਖੁਸ਼ਹਾਲ ਹੈ ਕੀਤਾ, ਕਰੀਏ ਯਾਦ ਸਦਾ ਤੇ ਕਰਨਾ ਸ਼ੁਕਰ ਖੁਦਾ, ਮੇਰੇ ਰੱਬਾ ਇਹ ਹੈ ਚੰਗੀ ਰੀਤ, ਕਰਨਾ ਸ਼ੁਕਰ ਖੁਦਾ। ਤੇਰੀਆਂ ਸਿਫਤਾਂ ਦੇ ਗਾਉਣੇ ਆ, ਗੀਤ ਕਰਨਾ ਸ਼ੁਕਰ ਖੁਦਾ, ਮੇਰੇ ਰੱਬਾ ਇਹ ਹੈ ਚੰਗੀ ਰੀਤ, ਕਰਨਾ ਸ਼ੁਕਰ ਖੁਦਾ। ਦਸ ਤਾਰਾਂ ਇੱਕ ਸਾਜ ਬਣਾ ਕੇ, ਦਸ ਤਾਰਾਂ ਇੱਕ ਸਾਜ ਬਣਾ ਕੇ, ਵੀਣ ਪਰਬਤ ਖੁਸ਼ ਰੰਗ ਵਜਾ ਕੇ, ਵੀਣ ਪਰਬਤ ਖੁਸ਼ ਰੰਗ ਵਜਾ ਕੇ, ਕਰੀਏ ਆਜ ਸਦਾ ਕਰਨਾ ਸ਼ੁਕਰ ਖੁਦਾ, ਮੇਰੇ ਰੱਬਾ ਇਹ ਹੈ ਚੰਗੀ ਰੀਤ, ਕਰਨਾ ਸ਼ੁਕਰ ਖੁਦਾ। ਤੇਰੀਆਂ ਸਿਫਤਾਂ ਦੇ ਗਾਉਣੇ ਆ, ਗੀਤ ਕਰਨਾ ਸ਼ੁਕਰ ਖੁਦਾ। ਪਰਮੇਸ਼ਰ ਤੁਹਾਨੂੰ ਸਭ ਨੂੰ ਬਹੁਤ ਸਾਰੀ ਆਸ਼ੀਸ਼ ਦੇ। ਆਮੇਨ। ਸੋ ਬਹੁਤ ਬਹੁਤ ਧੰਨਵਾਦ ਹੈ ਸਿਸਟਰ ਪਾਇਲ ਦਾ, ਜਿਨ੍ਹਾਂ ਨੇ ਸਾਡੀ ਅਗਵਾਈ ਕੀਤੀ ਹੈ ਪਰਮੇਸ਼ਰ ਦੀ ਆਰਾਧਨਾ ਦੇ ਲਈ। ਪ੍ਰਭੂ ਇਹਨਾਂ ਨੂੰ ਇਸੇ ਤਰ੍ਹਾਂ ਆਪਣੇ ਵੱਡੇ ਵੱਡੇ ਕੰਮਾਂ ਦੇ ਲਈ ਇਸਤੇਮਾਲ ਕਰਦਾ ਰਹੇ। ਸੋ ਹੁਣ ਸਮਾਂ ਹੈ ਪਰਮੇਸ਼ਰ ਦੇ ਬਚਨ ਦੇ ਵਿੱਚ ਸੁਣਨ ਦਾ। ਸਾਡੇ ਵਿੱਚ ਅੱਜ ਪ੍ਰਭੂ ਦੇ ਦਾਸ ਪਾਸਟਰ ਅਭਿਸ਼ੇਕ ਰੰਧਾਵਾ ਜੀ ਫਰੋਮ ਪਠਾਨਕੋਟ ਤੋਂ ਨੇ। ਉਹ ਸਾਡੇ ਵਿੱਚ ਪ੍ਰਭੂ ਦੇ ਵਚਨ ਨੂੰ ਲੈ ਕੇ ਆਉਣਗੇ। ਆਈਏ ਅਸੀਂ ਉਹਨਾਂ ਦੇ ਸਵਾਗਤ ਦੇ ਲਈ ਅਤੇ ਸਭ ਕੁਝ ਪਰਮੇਸ਼ਰ ਦੇ ਦੇਣ ਲਈ ਪ੍ਰਾਰਥਨਾ ਕਰਾਂਗੇ। ਮਹਾਨ ਸਾਮਰਥੀ ਖੁਦਾ ਦਾ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਰਾਜਾ ਜੀ, ਤੁਸੀਂ ਮਹਾਨ ਪਰਮੇਸ਼ਰ ਪ੍ਰਭੂ। ਸੱਚਮੁੱਚ ਸਾਨੂੰ ਵਿਸ਼ਵਾਸ ਹੈ ਖੁਦਾਵੰਦ ਸਾਡੀ ਔਰ ਪ੍ਰਭੂ ਯਿਸੂ ਮਸੀਹ ਹੋਟਾਂ ਦੀ ਕੁਰਬਾਨੀ ਤੁਸੀਂ ਸਵੀਕਾਰ ਕੀਤਾ ਹੈ ਪਰਮੇਸ਼ਰ। ਤੁਹਾਡੀ ਬੱਚੇ ਜੋ ਆਰਾਧਨਾ ਕੀਤੀ ਖੁਦਾਵੰਦ ਔਰ ਤੁਹਾਡੇ ਮਨ ਨੂੰ ਆਨੰਦਿਤ ਕੀਤਾ ਹੈ ਮੇਰੇ ਮਹਾਨ ਪਿਤਾ ਪਰਮੇਸ਼ਰ। ਔਰ ਖੁਦਾਵੰਦ ਹੁਣ ਤੋਂ ਆਪਣੇ ਬਚਨ ਦੇ ਦੁਆਰਾ ਸਾਡੇ ਨਾਲ ਗੱਲਬਾਤ ਕਰਨ ਜਾ ਰਿਹਾ ਹੈ ਖੁਦਾਵੰਦ। ਹੋਣ ਦੇ ਤੁਹਾਡਾ ਪਵਿੱਤਰ ਆਤਮਾ ਸਾਡੀ ਜ਼ਿੰਦਗੀਆਂ ਨੂੰ ਬਦਲ ਦੇਵੇ ਪਿਤਾ ਪਰਮੇਸ਼ਰ। ਹਰ ਇੱਕ ਸੁਣਨ ਵਾਲੇ ਤੇਰੀ ਆਸ਼ੀਸ਼ ਹੋਏ ਪ੍ਰਭੂ ਜੀ। ਔਰ ਜਿੰਨੇ ਵੀ ਲੋਕ ਪਰਮੇਸ਼ਰ ਅੱਜ ਇਹ ਵਚਨ ਸੁਣਨ, ਜਿੰਨੇ ਵੀ ਲੋਕ ਅੱਜ ਇਸ ਵਚਨ ਦੇ ਦੁਆਰਾ ਪ੍ਰਭੂ ਯਿਸੂ ਮਸੀਹ ਤੈਨੂੰ ਆਪਣੀ ਜ਼ਿੰਦਗੀ ਗ੍ਰਹਿਣ ਕਰਨ ਜਾ ਰਿਹਾ ਪ੍ਰਭੂ ਜੀ, ਉਹਨਾਂ ਸਭਨਾਂ ਤੇ ਵੱਡੀ ਆਸ਼ੀਸ਼ ਕਰਨਾ ਪਿਤਾ ਪਰਮੇਸ਼ਰ। ਬਹੁਤ ਸਾਰੇ ਹਿਰਦੇ ਸ਼ੁੱਧ ਜਾਣ ਪਿਤਾ ਪਰਮੇਸ਼ਰ, ਬਹੁਤ ਸਾਰੇ ਮਨ ਟੁੱਟ ਜਾਣ ਅਤੇ ਖੁਦਾਵੰਦ ਤੇਰੇ ਸਵਰਗੀ ਰਾਜ ਦੇ ਲਈ ਤਿਆਰ ਹੋ ਜਾਣ ਮੇਰੇ ਮਹਾਨ ਪਿਤਾ ਪਰਮੇਸ਼ਰ। ਔਰ ਖੁਦਾਵੰਦ ਇਹ ਵਚਨ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਬਦਲਣ ਦੇ ਕਾਬਿਲ ਹੋ ਮੇਰੇ ਮਹਾਨ ਪਰਮੇਸ਼ਰ। तेरा धन्यवाद करते हैं प्रभु जी और प्रार्थना सुनी जी तेरा धन्यवाद और तुहाडे बेटे साडे उद्धारकर्ता प्रभु यीशु मसीह के नाम में प्रार्थना मांगते ते पा लेंदे हैं आमीन। खुदावंद प्रभु यीशु मसीह के नाम से आप सब ਨੂੰ ਸਲਾਮ। मैं प्रभु का धन्यवाद करता हाँ कि उन्होंने अज मौका दिता कि आप सब के नाल रूबरू हो सका तो प्रभु के वचनों के विचों असीं मिल के कुछ गल्लां नूं सीख सकीए। सो आइए असीं प्रभु के वचनों वाल चलांगे। अज का जो हिस्सा जो लिया गया है वो है रसूलों के किताब उसका 11 बाब उसकी 26 आयत के विचों। सो इस मैं तुहाडे लई पढ़ देना चाहता हाँ। इस जगह पर लिखा है,
जब वह उससे मिला तो उसे अंताकिया लाया, और ऐसा हुआ कि वह 1 वर्ष तक कलीसिया के साथ मिलते और बहुत लोगों को उपदेश देते रहे, और चेले सबसे पहले अंताकिया ही में मसीही कहलाए। सो प्रभु अपने वचन दे पढ़े ते सुने जान दे उत्ते पर ਜਦੋਂ ਅਸੀਂ ਇਸ ਜਗ੍ਹਾ ਤੇ ਪੜ੍ਹਦੇ ਹਾਂ ਤਾਂ ਇੱਕ ਖਾਸ ਸ਼ਬਦ ਦਾ ਇਸਤੇਮਾਲ ਇਸ ਜਗ੍ਹਾ ਤੇ ਕੀਤਾ ਗਿਆ ਹੈ। इस जगह पे लिखा गया है कि और चेले सबसे पहले अंताकिया ही में मसीही कहलाए। सो मसीही शब्द का इस्तेमाल इस जगह पे किया गया है, और इस वचन का जो शीर्षक मैं अज रखा है वो है सच्चे मसीही। जिस तरीके नाल इस जगह पे लिखा गया है कि चेले सब तो पहला अंताकिया दे विच मसीही कहलाए। सो उसे दे बारे मैं अज तुहाडे नाल गलबात करनी चाहुंदा हाँ। मसीही अखवाना एक बड़े वड्डे खुशी की गल है, पर इस जगह ते जदों असीं जेकर देखिए जदां बरनबास ते पौलुस इस जगह ते रह के प्रभु का काम कर रहे सीगे, सेवकाई कर रहे सीगे, तां इस जगह ते लोग उन्हां नूं मसीही कहन लगे। मेरे प्रियो, मैं तुहानूं दसना चाहुंदा हाँ कि ये शब्द खुशी दे नाल या आदर दे वजों इस्तेमाल नहीं किया गया, बल्कि अंताकिया दे लोकां ने इस शब्द नूं एक मजाक दे रूप दे विच इस्तेमाल करना शुरू किया, ताकि वो चेलियां दा ते उन्हां सारे लोकां दा जो प्रभु यीशु मसीह दा अनुकरण कर रहे सीगे, उन्हां दे पिछे चल रहे सीगे, उन्हां दा मजाक उड़ा सकन। पर खुशी की गल ये है कि चेलियां ने इस शब्द नूं आदर दे नाल स्वीकार किया, क्योंकि जदों असीं इस शब्द नूं वेखदे हां तां इस शब्द का जो मतलब है वो ये है मसीह यीशु दे पिछे चलण वाले, या फिर मसीह यीशु वर्गे। सो इस शब्द नूं चेलियां ने बड़े आनंद दे नाल ते आदर दे नाल स्वीकार किया, ते अज असीं जानदे हां कि पूरे संसार दे विच इस शब्द का इस्तेमाल किया जाता है। पूरे संसार के लोग इस शब्द नूं इस्तेमाल करते हैं मसीहां दे लई, उन्हां लोकां दे लई जिहड़े प्रभु यीशु मसीह दे पिछे चलदे ने। सो पर दुख की गल ये है कि बहुत सारे लोग, बहुत सारे मसीह भैन भाई इस शब्द के मतलब नूं भुल चुके हैं। वो सिर्फ तो सिर्फ अपने जीवना दे विच इस शब्द का एक टैग लै लैंदे ने कि हाँ असी मसीही हाँ, पर वो जो जीवन हुंदा है वो मसीह तो दूर हुंदा है। सो इसलिए अज दे वचन दे विच असीं सिखांगे कि सच्चे मसीही होने का की मतलब है, या फिर सच्चा मसीही कौन है, या सच्चा मसीही किन्नू कहा जा सकता है। सो आइए असीं वचनां दे विच अगे वधांगे ते कुछ गल्लां दे उत्ते ध्यान देवांगे। असीं पढ़ांगे यूहन्ना दी पत्री उसका 14 बाब उसकी 15 आयत नूं। इस जगह ते लिखा है, यदि तुम मुझसे प्रेम रखते हो तो मेरी आज्ञाओं को मानोगे। मैं फिर तो पढ़ देना चाहता हाँ, यदि तुम मुझसे प्रेम रखते हो तो मेरी आज्ञाओं को मानोगे। सो प्रभु दे वचन दे विच लिखा है, जदों असीं अपने आप नूं मसीही कहंदे हाँ, जदों असीं इस गल नूं करदे हाँ कि हाँ मैं मसीही हाँ, मैं प्रभु यीशु मसीह दे पिछे चलण वाला हाँ, मैं क्रिश्चियन हाँ, मैं प्रभु नूं जानदा हाँ, तां प्रभु दा वचन कहंदा है कि जेकर तुसी मेरे नाल प्रेम रखते हो तां तुसी मेरियां आग्यावां नूं मनोगे। सो मेरे प्रियो, मैं तुहानूं दसना चाहुंदा हाँ, मैं एक मसीह परिवार दे विच पैदा होया और मेरी परवरिश मसीह मापियां दे वल्लों कीती गई। पर मैं बचपन तो लैके अज दे दिन दे विच जदों उस एरिया दे विच देखदा हाँ या अपने शहर दे विच वेखदा हाँ तां मसीहियां दा स्टेटस है जो वो बहुत नीवें पद्धर ते वेख्या जांदा है। इस करके नहीं कि वो मसीही ने, बल्कि इस करके कि वो मसीही हुंदियां होयां भी उन्हां दा चाल चलन, उन्हां दियां गल्लां, उन्हां दा उठना बैठना वो उस स्टैंडर्ड दे विच नहीं है जो प्रभु चाहते हैं। लोग जदों उन्हां नूं वेखदे ने ते वो एक गलत नज़रिए दे नाल वेखदे ने। क्यों? क्योंकि अक्सर उन्हां लोकां नूं नशे दे विच, लड़ाई झगड़े दे विच
ਜਾਂ ਫਿਰ ਗਲਤ ਗੱਲਾਂ ਦੇ ਵਿੱਚ ਵੇਖਿਆ ਜਾਂਦਾ ਹੈ। ਬਹੁਤ ਸਾਰੇ ਮਸੀਹ ਲੋਕ ਨੇ ਜੋ ਕਿ ਬੜੇ ਅੱਛੇ ਤਰੀਕੇ ਦੇ ਨਾਲ ਮਸੀਹ ਦਾ ਅਨੁਕਰਨ ਕਰਦੇ ਨੇ, ਪ੍ਰਭੂ ਦੇ ਵਿੱਚ ਚੱਲਦੇ ਨੇ, ਪਰ ਅੱਜ ਦੇ ਸਮੇਂ ਦੇ ਵਿੱਚ ਜੇਕਰ ਦੇਖੀਏ ਤਾਂ ਮਸੀਹਤ ਅਸਲ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਤੋਂ ਦੂਰ ਹੋ ਚੁੱਕੀ ਹੈ। ਲੋਕ ਸਿਰਫ ਸਮਾਂ ਬਿਤਾਉਣ ਦੇ ਲਈ ਜਾਂ ਫਿਰ ਇੱਕ ਡਰ ਦੇ ਲਈ ਚਰਚਸ ਦੇ ਵਿੱਚ ਜਾਂਦੇ ਨੇ। ਪਰ ਮੇਰੇ ਪ੍ਰਿਯੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚ ਇਹ ਚੀਜ਼ਾਂ ਨਹੀਂ ਚਾਹੁੰਦੇ। ਜਦੋਂ ਅੰਤਾਕਿਆ ਦੇ ਵਿੱਚ ਉਹਨਾਂ ਨੂੰ ਮਸੀਹੀ ਅਖਵਾਇਆ ਗਿਆ, ਮਸੀਹੀ ਕਿਹਾ ਗਿਆ, ਉਹ ਇਸ ਕਰਕੇ ਕਿਉਂਕਿ ਉਹ ਮਸੀਹ ਦੇ ਵਾਂਗ ਚੱਲ ਰਹੇ ਸੀਗੇ। ਉਹਨਾਂ ਨੇ ਆਪਣੇ ਜੀਵਨ ਬਦਲ ਲਏ, ਉਹਨਾਂ ਨੇ ਆਪਣੇ ਜੀਵਨਾਂ ਨੂੰ ਸਿੱਖਿਆ ਦੇ ਮੁਤਾਬਕ ਚਲਾਉਣਾ ਸ਼ੁਰੂ ਕੀਤਾ। ਤੇ ਜਿਸ ਤਰੀਕੇ ਦੇ ਨਾਲ ਅਸੀਂ ਇਸ ਜਗ੍ਹਾ ਤੇ यूहन्ना ਦੇ सुसमाचार ਦੇ ਵਿੱਚ पढ़ते ਹਾਂ, इस जगह पे लिखा है, यदि तुम मुझसे प्रेम रखते हो तो मेरी आज्ञाओं को मानोगे। सो जो मसीह जीवन है वो सिर्फ एक टाइटल नहीं है, वो सिर्फ एक रिलीजन नहीं है, असल दे विच एक जीवन है जो कि प्रभु यीशु मसीह दे विच होके चलना है। सो जिस तरह इस जगह ते लिखा है कि जेकर असी कहते हाँ कि असी मसीही हाँ, जेकर असी कहते हाँ कि असी मसीह नूं प्रेम करते हाँ, तो वो सिर्फ साडे मसीही नाम अखवाउण दे करके नहीं है, या फिर वो इस करके नहीं है कि साडे माता पिता ने सानू नाम दे दिता अभिषेक मसीह, या होर कोई नाम दे के उसके पिछे मसीह लगा दिता, या फिर असी मसीह परिवार दे विच पैदा होए हैं तो असी मसीह हाँ। इस तरीके दे नाल नहीं है, बल्कि मसीह असी उस समय बनते हाँ जदों असी प्रभु दीआं आग्यावां दा अनुकरण करना शुरू करते हाँ, जदों असी उसदे हुक्मां ते विधियां दे उत्ते चलना शुरू करते हाँ, जिस समय साडा जीवन परिवर्तित हो जाता है, उस समय असी मसीही हुंदे हाँ। नाम दे मसीही होना जरूरी ते काफ़ी नहीं है। सच्चाई ये है, प्रभु कहते ने, जेकर तुसी कहते हो कि असी प्रभु तेरे नाल प्रेम रखते हाँ, असी तेरे लोग हाँ, असी तेरे पिछे चलन वाले हाँ, तो जरूरी है कि असी उस दियां आग्यावां नूं भी मन्नीए। हालेलुया। सो इस जगह ते ये समझना बहुत ज़रूरी है कि मसीही होना सिर्फ एक रिलीजन नहीं है, एक धर्म नहीं है, एक टाइटल नहीं है, बल्कि ये एक जीवन है, लाइफस्टाइल है। मसीह दे विच चलना है, उस दियां आग्यावां नूं मनना है, उस दियां हुक्मां नूं पूरियां करना है, क्योंकि वो कहता है जेकर तुसी मैनूं प्रेम करते हो तो मेरी आग्यावां नूं भी मनोगे। हालेलुया। आग्यावां नूं मनना बहुत ज़रूरी है। असी सिर्फ एक टाइटल लैके मसीह नहीं बन सकते, आग्या नूं मनना जरूरी है। अंताकिया दे विच उन्हां नूं मसीही कहा गया, क्यों? क्योंकि वो अपने पहले जीवन नूं छड्ड चुके सीगे। पौलुस ते बरनबास उन्हां दी अगवाई कर रहे सीगे, चेले उन्हां नूं सिखा रहे सीगे, ते जदों उन्हां नूं सिखा रहे सीगे उन्हां दे जीवन परिवर्तित होण लग गए, ते लोकां ने देखना शुरू किया कि ये अपने जीवनां दे विच कुछ अलग ढंग तरीके दे काम कर रहे ने। फिर उन्होंने उन्हां लोकां नूं, मसीहियां नूं, या वो लोग जो प्रभु यीशु मसीह दे पिछे चल रहे सीगे, उन्हां नूं मजाक करना शुरू किया, पर उन्होंने उसनूं आदर दे नाल लिया कि हाँ असी नाम दे मसीही नहीं हाँ, असी अपने कम्मां दे वजों जाने जाते हाँ, असी अपने चाल चलन दे वजों जाने जाते हाँ। सो मसीह होना असल दे विच प्रभु यीशु मसीह दे स्वभाव नूं लै लेना है। हालेलुया। सो आइए असीं एक होर आयत नूं पढ़ांगे। असीं पढ़ांगे फिलिपियां दी पत्री, उसका 2 बाब, उसकी 5 आयत दे विच इस जगह ते लिखा है, जैसा मसीह यीशु का स्वभाव था वैसा ही तुम्हारा भी स्वभाव हो। हालेलुया। सो असीं इस जगह ते जो देखते हैं तो इस जगह ते लिखा है कि जिस तरीके का स्वभाव प्रभु यीशु मसीह का सीगा, उसे तरह का स्वभाव साडा भी होना चाहिए है। असी सिर्फ नाम नूं लैके नहीं चलना, बल्कि साडे स्वभाव दे विचों प्रभु यीशु मसीह दिखाई देने चाहिए ने। हालेलुया। सो ये जरूरी है कि जदों असी चलते हाँ, जदों असी गलबात करते हाँ, साडे दिन प्रतिदिन के जीवन दे विच प्रभु यीशु मसीह दिखाई देने चाहिए ने।
ਨਾ ਕਿ ਉਹੀ ਪੁਰਾਣਾ ਸੁਭਾਵ ਜੋ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਆਉਣ ਤੋਂ ਪਹਿਲਾਂ ਜੀਵਨ ਬਤੀਤ ਕਰਦੇ ਸੀਗੇ, ਉਹ ਸੁਭਾਵ ਨਹੀਂ, ਬਲਕਿ ਪ੍ਰਭੂ ਯੀਸ਼ੂ ਵਾਲਾ ਸੁਭਾਵ, ਉਸਦੇ ਵਾਂਗ ਪ੍ਰੇਮ, ਉਸਦੇ ਵਾਂਗ ਲੋਕਾਂ ਦਾ ਆਦਰ ਕਰਨਾ, ਉਸਦੇ ਵਾਂਗ ਪ੍ਰਭੂ ਪਿਤਾ ਪਰਮੇਸ਼ਵਰ ਦੇ ਪਿੱਛੇ ਚੱਲਣਾ, ਉਸਦੇ ਵਾਂਗ ਅਸੀਂ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ, ਪਵਿੱਤਰਤਾ ਨੂੰ ਰੱਖਣਾ ਹੈ, ਆਦਰ ਕਰਨਾ ਹੈ ਪ੍ਰਭੂ ਦਾ, ਅਸੀਂ ਆਗਿਆਕਾਰ ਬਣਨਾ ਹੈ। ਫਿਰ ਹੀ ਅਸੀਂ ਮਸੀਹ ਅਖਵਾ ਸਕਦੇ ਹਾਂ। ਸਿਰਫ ਨਾਮ ਦੇ ਮਸੀਹ ਹੋਣਾ ਕਾਫੀ ਨਹੀਂ ਹੈ। ਸਭ ਤੋਂ ਪਹਿਲੇ ਅਸੀਂ ਵੇਖਿਆ ਕਿ ਮਸੀਹੀ ਜਿਹੜਾ ਅਖਵਾਣਾ ਹੈ, ਜਾਂ ਮਸੀਹ ਸ਼ਬਦ ਪਹਿਲੀ ਵਾਰ ਅੰਤਾਕਿਆ ਦੇ ਵਿੱਚ ਇਸਤੇਮਾਲ ਕੀਤਾ ਗਿਆ ਚੇਲਿਆਂ ਦੇ ਲਈ। ਕਿਉਂਕਿ ਉਹ ਮਸੀਹ ਦੇ ਵਾਂਗ ਚਾਲ ਚੱਲਣ ਆਪਣਾ ਦਿਖਾ ਰਹੇ ਸੀਗੇ, ਉਹ ਆਪਣੇ ਸੁਭਾਵ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਨੂੰ ਦਿਖਾ ਰਹੇ ਸੀਗੇ, ਇਸੇ ਲਈ ਉਹਨਾਂ ਨੂੰ ਮਸੀਹੀ ਕਿਹਾ ਗਿਆ। ਉਹਨਾਂ ਨੇ ਉਸ ਨੂੰ ਕੰਟੀਨਿਊ ਕੀਤਾ ਕਿ ਹਾਂ, ਅਸੀਂ ਨਾਮ ਦੇ ਮਸੀਹ ਨਹੀਂ ਹਾਂ, ਸਾਡੇ ਜੀਵਨ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦਿਖਾਈ ਦਿੰਦੇ ਨੇ। ਫਿਰ ਅਸੀਂ ਪੜ੍ਹਦੇ ਹਾਂ ਯਹੂਨਾ ਦੇ ਵਿੱਚ ਉਸ ਜਗ੍ਹਾ ਤੇ ਲਿਖਿਆ ਹੈ, ਜੇਕਰ ਤੁਸੀਂ ਮੈਨੂੰ ਪ੍ਰੇਮ ਕਰਦੇ ਹੋ, ਜਾਂ ਫਿਰ ਜੇਕਰ ਅਸੀਂ ਇਸ ਨੂੰ ਕਹੀਏ, ਇਸ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਜੇਕਰ ਅਸੀਂ ਕਹਿੰਦੇ ਹਾਂ ਕਿ ਅਸੀਂ ਮਸੀਹੀ ਹਾਂ, ਅਸੀਂ ਕ੍ਰਿਸਚੀਅਨਸ ਹਾਂ, ਤਾਂ ਸਾਡੇ ਲਈ ਜ਼ਰੂਰੀ ਹੈ, ਵਚਨ ਕਹਿੰਦਾ ਹੈ ਕਿ ਜ਼ਰੂਰੀ ਹੈ ਕਿ ਅਸੀਂ ਉਸ ਦੀਆਂ ਆਗਿਆਵਾਂ ਨੂੰ ਵੀ ਮੰਨੀਏ। ਹਾਲੇਲੂਇਆ, ਅਸੀਂ ਉਸ ਦੀਆਂ ਆਗਿਆਵਾਂ ਨੂੰ ਵੀ ਮੰਨੀਏ। ਉਹ ਕਹਿੰਦਾ ਹੈ ਜੇਕਰ ਤੁਸੀਂ ਪ੍ਰੇਮ ਕਰਦੇ ਹੋ ਤਾਂ ਜ਼ਰੂਰੀ ਹੈ ਕਿ ਤੁਸੀਂ ਆਗਿਆਵਾਂ ਨੂੰ ਮੰਨੋ। ਮਸੀਹੀ ਹੋਣ ਦਾ ਮਤਲਬ ਹੈ ਆਗਿਆ ਨੂੰ ਪੂਰਾ ਕਰਨਾ, ਪਰਮੇਸ਼ਵਰ ਦੀ ਆਗਿਆ ਨੂੰ ਪੂਰਾ ਕਰਨਾ। ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਫਿਲੀਪੀਆਂ ਦੀ ਪੱਤਰੀ ਦੇ ਵਿੱਚ ਲਿਖਿਆ ਹੈ ਕਿ ਜਿਸ ਤਰ੍ਹਾਂ ਦਾ ਸੁਭਾਵ ਮਸੀਹ ਯੀਸ਼ੂ ਦਾ ਸੀਗਾ, ਉਹੀ ਸੁਭਾਵ ਸਾਡਾ ਵੀ ਹੋਣਾ ਚਾਹੀਦਾ ਹੈ। ਸੋ ਇਸ ਤਰੀਕੇ ਨਾਲ ਨਹੀਂ ਹੈ ਕਿ ਅਸੀਂ ਮਸੀਹੀ ਹਾਂ, ਜਿਸ ਤਰ੍ਹਾਂ ਮੈਂ ਤੁਹਾਨੂੰ ਆਪਣੇ ਏਰੀਆ ਦੀ ਗੱਲ ਦੱਸੀ ਕਿ ਲੋਕ ਮਸੀਹੀ ਨੇ ਪਰ ਉਹਨਾਂ ਦੇ ਜੀਵਨ ਦੇ ਵਿੱਚ ਡਰੱਗਸ ਨੇ, ਅਲਕੋਹਲਿਜ਼ਮ ਨੇ, ਸ਼ਰਾਬ ਪੀਂਦੇ ਨੇ, ਨਸ਼ੇ ਕਰਦੇ ਨੇ, ਲੜਾਈ ਝਗੜੇ ਕਰਦੇ ਨੇ, ਗਾਲੀ ਗਲੋਚ ਕਰਦੇ ਨੇ। ਸੋ ਇੱਕ ਇਮੇਜ ਹੈ, ਇੱਕ ਤਸਵੀਰ ਜੋ ਹੈ ਮਸੀਹਤ ਦੀ ਬਾਕੀ ਲੋਕਾਂ ਦੇ ਦਿਮਾਗ ਦੇ ਵਿੱਚ ਇਸ ਤਰੀਕੇ ਨਾਲ ਬਣ ਗਈ ਹੈ ਕਿ ਹਾਂ, ਮਸੀਹੀ ਲੋਕ ਕੀ ਨੇ? ਪਾਰਟੀ ਮੇਕਰਸ, ਪਾਰਟੀਆਂ ਕਰਦੇ ਨੇ, ਨੱਚਦੇ ਟੱਪਦੇ ਨੇ, ਅਲੱਗ ਤਰੀਕੇ ਦੇ ਕੱਪੜੇ ਪਾਉਂਦੇ ਨੇ, ਫੈਸ਼ਨੇਬਲਸ ਹੁੰਦੇ ਨੇ, ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ੁੱਧਤਾ ਨਹੀਂ ਹੈ, ਨਸ਼ੇ ਕਰਦੇ ਨੇ, ਗਾਲੀ ਗਲੋਚ ਕਰਦੇ ਨੇ। ਇਸ ਤਰੀਕੇ ਦੀ ਇੱਕ ਇਮੇਜ ਹੈ ਜੋ ਬਣ ਚੁੱਕੀ ਹੈ। ਪਰ ਮੇਰੇ ਪ੍ਰਿਯੋ, ਬਾਈਬਲ ਕਹਿੰਦੀ ਹੈ ਕਿ ਜਿਸ ਤਰੀਕੇ ਦਾ ਸੁਭਾਵ ਪ੍ਰਭੂ ਯੀਸ਼ੂ ਮਸੀਹ ਦਾ ਸੀਗਾ, ਉਹੀ ਸੁਭਾਵ ਸਾਡਾ ਵੀ ਹੋਣਾ ਚਾਹੀਦਾ ਹੈ। ਫਿਰ ਹੀ ਅਸੀਂ ਮਸੀਹੀ ਅਖਵਾ ਸਕਦੇ ਹਾਂ। ਸਿਰਫ ਨਾਮ ਦੇ ਮਸੀਹੀ ਅਖਵਾਣਾ ਕਾਫੀ ਨਹੀਂ ਹੈ। ਸੋ ਅਸੀਂ ਇੱਕ ਹੋਰ ਆਇਤ ਨੂੰ ਪੜਾਂਗੇ ਜੋ ਕਿ ਮੈਂ ਪਹਿਲਾ ਪਤਰਸ ਉਸ ਦਾ 2 ਬਾਬ ਦੇ ਵਿੱਚੋਂ ਲਈ ਹੈ। ਪਹਿਲਾ पत्रस 2 बाब ਉਸ ਦੀ 14 आयत को पढ़ना चाहता हाँ मैं। इस जगह पे लिखा है, आज्ञाकारी बालकों के समान अपनी अज्ञानता के समय की पुरानी अभिलाषाओं के सदृश ना बनो। फिर तो पढ़ना चाहता हाँ, आज्ञाकारी बालकों के समान अपनी अज्ञानता के समय की पुरानी अभिलाषाओं के सदृश ना बनो। मसीही अखवाना, ਜਦੋਂ ਅਸੀਂ ਮਸੀਹੀ ਬਣ ਜਾਂਦੇ ਹਾਂ, ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਪਿਆਰ ਕਰਦੇ ਹਾਂ, ਅਸੀਂ ਪਰਮੇਸ਼ਵਰ ਨੂੰ ਪਿਆਰ ਕਰਦੇ ਹਾਂ, ਤਾਂ ਉਹਦੇ ਲਈ ਲਿਖਿਆ ਗਿਆ ਹੈ ਕਿ ਅਸੀਂ ਆਗਿਆਕਾਰੀ ਬਾਲਕਾਂ ਦੇ ਵਾਂਗ, ਕਿਉਂਕਿ ਜਦੋਂ ਅਸੀਂ ਮਸੀਹੀ ਬਣ ਜਾਂਦੇ ਹਾਂ, ਅਸੀਂ ਪਰਮੇਸ਼ਵਰ ਪਿਤਾ ਦੇ ਬੇਟੇ ਤੇ ਬੇਟੀਆਂ ਬਣ ਜਾਂਦੇ ਹਾਂ। ਉਸ ਸਮੇਂ ਉਹ ਕਹਿੰਦਾ ਹੈ ਕਿ ਅਸੀਂ ਆਗਿਆਕਾਰੀ ਬਾਲਕਾਂ ਦੇ ਵਾਂਗ ਪੁਰਾਣੇ ਸਮੇਂ ਦੀ, ਜਦੋਂ ਅਸੀਂ ਅਗਿਆਨੀ ਸੀਗੇ, ਜਦੋਂ ਸਾਨੂੰ ਪਰਮੇਸ਼ਵਰ ਦੇ ਬਾਰੇ ਗਿਆਨ ਨਹੀਂ ਸੀਗਾ, ਜਦੋਂ ਸਾਨੂੰ ਪਵਿੱਤਰਤਾਈ ਦੇ ਬਾਰੇ ਗਿਆਨ ਨਹੀਂ ਸੀਗਾ, ਜਦੋਂ ਸਾਨੂੰ ਮਸੀਹੀ ਹੋਣ ਦੇ ਬਾਰੇ ਗਿਆਨ ਨਹੀਂ ਸੀਗਾ, ਉਹ ਕਹਿੰਦਾ ਹੈ ਆਗਿਆਕਾਰੀ ਬਾਲਕਾਂ ਦੇ ਵਾਂਗ ਆਪਣੇ ਪੁਰਾਣੇ ਸਮੇਂ ਦੀ ਅਗਿਆਨਤਾ ਦੇ ਵਿੱਚ ਪੁਰਾਣੀ ਅਭਿਲਾਸ਼ਾਵਾਂ ਦੇ ਸਦ੍ਰਿਸ਼ ਨਾ ਬਣੋ। ਅਜਿਹਾ ਨਾ ਹੋਵੇ ਕਿ ਅਸੀਂ ਮਸੀਹ ਅਖਵਾਉਂਦੇ ਹੋਇਆਂ
ਪੁਰਾਣੀਆਂ ਗੱਲਾਂ ਦੇ ਵਿੱਚ ਹੀ ਲੱਗੇ ਰਹੀਏ। ਜਿੱਦਾਂ ਅਸੀਂ ਪਹਿਲੇ ਨਸ਼ੇ ਕਰਦੇ ਸੀਗੇ ਜਾਂ ਗਾਲੀ ਗਲੋਚ ਕਰਦੇ ਸੀਗੇ ਜਾਂ ਫਿਰ ਅਸੀਂ ਲੜਾਈ ਝਗੜੇ ਕਰਦੇ ਸੀਗੇ ਜਾਂ ਸਾਡੇ ਵਿੱਚ ਸਰੀਰਿਕ ਅਭਿਲਾਸ਼ਾਵਾਂ ਸੀਗੀਆਂ, ਅੱਖਾਂ ਦੀਆਂ ਅਭਿਲਾਸ਼ਾਵਾਂ ਸੀਗੀਆਂ, ਸੰਸਾਰਿਕ ਅਭਿਲਾਸ਼ਾਵਾਂ ਸੀਗੀਆਂ, ਉਹਨਾਂ ਦੇ ਸਦ੍ਰਿਸ਼ ਨਾ ਬਣੀਏ, ਉਹਨਾਂ ਦੇ ਪਿੱਛੇ ਨਾ ਚੱਲੀਏ, ਬਲਕਿ ਜਿਸ ਤਰ੍ਹਾਂ ਅਸੀਂ ਫਿਲੀਪੀਆਂ ਦੀ ਪੱਤਰੀ ਦੇ ਵਿੱਚ ਪੜ੍ਹਿਆ ਕਿ ਤੁਹਾਡਾ ਸੁਭਾਅ ਮਸੀਹ ਯੀਸ਼ੂ ਵਰਗਾ ਹੋਵੇ। ਹਾਲੇਲੂਇਆ। ਸੋ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਸਭ ਤੋਂ ਪਹਿਲੇ ਜਦੋਂ ਅਸੀਂ ਮਸੀਹੀ ਅਖਵਾਉਂਦੇ ਹਾਂ ਤੇ ਅਸੀਂ ਆਪਣੀ ਪੁਰਾਣੀ ਅਭਿਲਾਸ਼ਾਵਾਂ ਨੂੰ ਛੱਡ ਦਈਏ। ਅਸੀਂ ਆਪਣੀ ਪੁਰਾਣੀ ਅਭਿਲਾਸ਼ਾਵਾਂ ਨੂੰ ਛੱਡ ਕੇ ਮਸੀਹ ਯੀਸ਼ੂ ਦਾ ਸੁਭਾਅ ਪਾ ਲਈਏ, ਕਿਉਂਕਿ ਲਿਖਿਆ ਹੈ ਕਿ ਪੁਰਾਣੀ ਗੱਲਾਂ ਬੀਤ ਗਈਆਂ, ਅਸੀਂ ਮਸੀਹ ਯੀਸ਼ੂ ਦੇ ਵਿੱਚ ਨਵੀਂ ਸ੍ਰਿਸ਼ਟੀ ਹਾਂ। ਹਾਲੇਲੂਇਆ। ਸੋ ਮਸੀਹਤ ਹੈ ਜਿਹੜੀ, ਮਸੀਹੀ ਅਖਵਾਉਣਾ ਹੈ ਜਿਹੜਾ, ਉਹ ਸਿਰਫ ਇੱਕ ਟਾਈਟਲ ਨਹੀਂ ਹੈ, ਇਹ ਇੱਕ ਨਵਾਂ ਜੀਵਨ ਹੈ, ਇੱਕ ਨਵੀਂ ਸ੍ਰਿਸ਼ਟੀ ਨੂੰ ਦਿਖਾਉਣਾ ਹੈ ਕਿ ਮੈਂ ਪ੍ਰਭੂ ਯੀਸ਼ੂ ਮਸੀਹ ਦਾ ਅਨੁਕਰਨ ਕਰਦਾ ਹਾਂ, ਮੈਂ ਪ੍ਰਭੂ ਯੀਸ਼ੂ ਮਸੀਹ ਦੇ ਪਿੱਛੇ ਚੱਲਦਾ ਹਾਂ, ਮੈਂ ਪ੍ਰਭੂ ਯੀਸ਼ੂ ਮਸੀਹ ਦਾ ਬੇਟਾ ਹਾਂ, ਮੈਂ ਪ੍ਰਭੂ ਯੀਸ਼ੂ ਮਸੀਹ ਦੀ ਬੇਟੀ ਹਾਂ, ਮੈਂ ਉਸ ਦੀ ਆਗਿਆਵਾਂ ਨੂੰ ਮੰਨਦਾ ਹਾਂ। ਹਾਲੇਲੂਇਆ। ਅੱਗੇ ਪੜਾਂਗੇ, ਅੱਗੇ ਕੀ ਲਿਖਿਆ ਹੈ, ਪਤਰਸ ਅੱਗੇ ਕੀ ਕਹਿੰਦਾ ਹੈ। 15 आयत ਦੇ ਵਿੱਚ ਲਿਖਿਆ ਹੈ, पर जैसा तुम्हारा बुलाने वाला पवित्र है वैसे ही अपने सारे चाल चलन में पवित्र बनो। 16 आयत ਦੇ ਵਿੱਚ ਲਿਖਿਆ ਹੈ, क्योंकि लिखा है पवित्र बनो क्योंकि मैं पवित्र हूं। हालेलुया। सो इस जगह ਤੇ ਉਹ ਕਲੀਅਰ ਕਰਦਾ ਹੈ ਹੋਰ ਵੀ ਜ਼ਿਆਦਾ ਕਿ ਕਹਿੰਦਾ ਹੈ ਕਿ ਜਿਸ ਤਰੀਕੇ ਨਾਲ ਸਾਡਾ ਬੁਲਾਉਣ ਵਾਲਾ ਪਵਿੱਤਰ ਹੈ, ਅਸੀਂ ਆਪਣੇ ਸਾਰੇ ਚਾਲ ਚਲਨ ਦੇ ਵਿੱਚ ਪਵਿੱਤਰ ਬਣੀਏ, ਕਿਉਂਕਿ ਲਿਖਿਆ ਹੈ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹੂੰ। ਮਸੀਹੀ ਜਦੋਂ ਅਸੀਂ ਬਣ ਜਾਂਦੇ ਹਾਂ, ਜਦੋਂ ਅਸੀਂ ਆਪਣੇ ਆਪ ਨੂੰ ਮਸੀਹੀ ਕਹਿੰਦੇ ਹਾਂ, ਮਸੀਹੀ ਅਖਵਾਉਂਦੇ ਹਾਂ, ਸਾਡੇ ਲਈ ਪਵਿੱਤਰ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਆਪਣੀ ਪੁਰਾਣੀਆਂ ਅਭਿਲਾਸ਼ਾਵਾਂ ਨੂੰ ਛੱਡ ਦੇਣਾ ਹੈ, ਅਸੀਂ ਆਪਣੇ ਪੁਰਾਣੇ ਜੀਵਨ ਨੂੰ ਛੱਡ ਦੇਣਾ ਹੈ। ਅਸੀਂ ਮਸੀਹ ਜਦੋਂ ਅਖਵਾਉਂਦੇ ਹਾਂ ਤੇ ਅਸੀਂ ਮਸੀਹ ਵਾਲਾ ਚਾਲ ਚਲਨ ਲੈ ਕੇ ਚੱਲਣਾ ਹੈ। ਜਿਸ ਤਰੀਕੇ ਨਾਲ ਇੱਥੇ ਲਿਖਿਆ ਹੈ, ਕਹਿੰਦਾ ਹੈ ਆਪਣੇ ਸਾਰੇ ਚਾਲ ਚਲਨ ਦੇ ਵਿੱਚ ਪਵਿੱਤਰ ਬਣੋ। ਮਸੀਹ ਜੀਵਨ ਪਵਿੱਤਰਤਾ ਦਾ ਜੀਵਨ ਹੈ। ਮਸੀਹ ਜੀਵਨ ਉਹ ਜੀਵਨ ਹੈ ਜਿਸ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦਾ ਸੁਭਾਅ ਹੋਵੇ। ਹਾਲੇਲੂਇਆ। ਉਹ ਜੀਵਨ ਹੈ ਜਿਸ ਦੇ ਵਿੱਚ ਅਸੀਂ ਆਪਣੇ ਜੀਵਨ ਦੇ ਦੁਆਰਾ ਪ੍ਰਭੂ ਯੀਸ਼ੂ ਮਸੀਹ ਨੂੰ ਦਰਸਾ ਸਕੀਏ, ਫਿਰ ਹੀ ਅਸੀਂ ਮਸੀਹੀ ਅਖਵਾ ਸਕਦੇ ਹਾਂ। ਸਿਰਫ ਨਾਮ ਦੇ ਮਸੀਹੀ ਹੋਣਾ ਕਾਫੀ ਨਹੀਂ ਹੈ, ਸੱਚਾ ਮਸੀਹ ਬਣਨਾ ਹੈ। ਅਸੀਂ ਸੱਚੇ ਮਸੀਹ ਬਣਨਾ ਹੈ ਜਿਸ ਦੇ ਦੁਆਰਾ ਸਾਡਾ ਜੀਵਨ ਪ੍ਰਚਾਰ ਕਰ ਸਕੇ, ਸਾਡਾ ਚਾਲ ਚਲਨ ਮਸੀਹ ਨੂੰ ਦਰਸਾ ਸਕੇ, ਸਾਡਾ ਜੀਵਨ, ਸਾਡਾ ਚਾਲ ਚਲਨ, ਸਾਡੀ ਬੋਲ ਬਾਣੀ ਪ੍ਰਭੂ ਯੀਸ਼ੂ ਮਸੀਹ ਨੂੰ ਦਰਸਾ ਸਕੇ। ਹਾਲੇਲੂਇਆ। ਕਿਉਂਕਿ ਕਹਿੰਦਾ ਹੈ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹੂੰ। ਇਹ ਵਚਨ ਜੋ ਹੈ ਪ੍ਰਭੂ ਪਰਮੇਸ਼ਵਰ ਦੇ ਵੱਲੋਂ ਦਿੱਤਾ ਗਿਆ ਹੈ। ਉਹ ਕੰਡੀਸ਼ਨ ਰੱਖਦੇ ਨੇ, ਕਹਿੰਦੇ ਨੇ ਕਿ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ। ਪਰਮੇਸ਼ਵਰ ਪਵਿੱਤਰ ਨੇ ਤੇ ਸਾਡੇ ਲਈ ਜੋ ਮਸੀਹੀ ਹਾਂ, ਜੋ ਅਸੀਂ ਆਪਣੇ ਆਪ ਨੂੰ ਕ੍ਰਿਸਚੀਅਨ ਕਹਿੰਦੇ ਹਾਂ, ਇੱਕ ਟਾਈਟਲ ਨੂੰ ਲੈ ਕੇ ਚੱਲਦੇ ਹਾਂ, ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਜੀਵਨਾਂ ਦੇ ਵਿੱਚ ਮਸੀਹੀ ਅਖਵਾਉਣ ਦੇ ਲਈ ਪਵਿੱਤਰ ਬਣੀਏ। ਪਵਿੱਤਰ ਕਿਸ ਤਰੀਕੇ ਨਾਲ ਬਣ ਸਕਦੇ ਹਾਂ? ਅਸੀਂ ਬਹੁਤ ਸਾਰੀਆਂ ਗਵਾਹੀਆਂ ਨੂੰ ਵੇਖ ਸਕਦੇ ਹਾਂ ਜਾਂ ਬਹੁਤ ਸਾਰੇ ਉਦਾਹਰਨ ਵੇਖ ਸਕਦੇ ਹਾਂ। ਚਾਲ ਚਲਨ ਦੇ ਵਿੱਚ ਪਵਿੱਤਰ ਬਣਨਾ ਹੈ। ਜਿਸ ਤਰੀਕੇ ਦੇ ਨਾਲ ਯੂਸੁਫ ਪਵਿੱਤਰ ਰਿਹਾ, ਉਹਨੇ ਆਪਣੇ ਚਾਲ ਚਲਨ ਨੂੰ ਪਰਮੇਸ਼ਵਰ ਦੇ ਲਈ ਪਵਿੱਤਰ ਰੱਖਿਆ। ਮੌਕਾ ਮਿਲਣ ਤੇ ਵੀ, ਸਮਾਂ ਮਿਲਣ ਤੇ ਵੀ ਉਸਨੇ ਆਪਣੇ ਆਪ ਨੂੰ ਭ੍ਰਿਸ਼ਟ ਨਹੀਂ ਕੀਤਾ, ਬਲਕਿ ਉਹ ਪਰਮੇਸ਼ਵਰ ਦੇ ਡਰ ਦੇ ਨਾਲ ਆਪਣੇ ਆਪ ਨੂੰ ਪਵਿੱਤਰ ਰੱਖਦਾ ਹੈ। ਦਾਨੀਅਲ ਖਾਣ ਪੀਣ ਦੇ ਉੱਤੇ ਧਿਆਨ ਨਹੀਂ ਦਿੰਦਾ। ਉਸਦੇ ਦੋਸਤ ਖਾਣ ਪੀਣ ਨੂੰ ਛੱਡ ਕੇ, ਰਾਜਕੀय ਚੀਜ਼ਾਂ ਨੂੰ ਛੱਡ ਕੇ ਉਹ ਆਪਣੇ ਆਪ ਨੂੰ ਪਰਮੇਸ਼ਵਰ ਦੇ ਲਈ ਪਵਿੱਤਰ ਰੱਖਦੇ ਨੇ। ਸੋ ਜਿਸ ਤਰੀਕੇ ਦੇ ਨਾਲ 14 ਆਇਤ ਦੇ ਵਿੱਚ ਲਿਖਿਆ, ਕਹਿੰਦਾ ਹੈ ਕਿ ਆਪਣੇ ਅਗਿਆਨਤਾ ਦੇ ਸਮੇਂ ਦੀ ਪੁਰਾਣੀ ਅਭਿਲਾਸ਼ਾਂ ਦੇ ਸਦ੍ਰਿਸ਼ ਨਾ ਬਣੀਏ, ਬਲਕਿ ਅਸੀਂ ਆਪਣੇ ਨਵੇਂ ਹੋ ਜਾਣ ਤੇ ਆਪਣੇ ਪੂਰੇ ਚਾਲ ਚਲਨ ਦੇ ਵਿੱਚ ਪਵਿੱਤਰ ਬਣੀਏ, ਕਿਉਂਕਿ ਅਸੀਂ ਮਸੀਹੀ ਹਾਂ। ਅਸੀਂ ਪਰਮੇਸ਼ਵਰ ਨੂੰ ਰਿਪਰੈਜ਼ੈਂਟ ਕਰਦੇ ਹਾਂ, ਪ੍ਰਭੂ ਯੀਸ਼ੂ ਮਸੀਹ ਨੂੰ ਰਿਪਰੈਜ਼ੈਂਟ ਕਰਦੇ ਹਾਂ। ਪਵਿੱਤਰ ਹੋਣਾ ਜ਼ਰੂਰੀ ਹੈ। ਮਸੀਹੀ ਨਾਮ ਦੇ ਨਹੀਂ, ਬਲਕਿ ਸਾਡੇ ਜੀਵਨ ਦੇ ਵਿੱਚੋਂ ਅਸੀਂ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਦਰਸਾਉਣਾ ਹੈ ਕਿ ਮੈਂ ਮਸੀਹੀ ਹਾਂ। ਸੋ ਮੇਰੇ ਪ੍ਰਿय ਭਾਈ ਭੈਣੋ, ਮੈਂ ਅੱਜ ਦੇ ਵਚਨ ਦੇ ਦੁਆਰਾ ਸਿਰਫ ਇਹੀ ਦੱਸਣਾ ਚਾਹੁੰਦਾ ਹਾਂ ਕਿ ਪ੍ਰਭੂ ਯੀਸ਼ੂ ਮਸੀਹ
ਜਦੋਂ ਇਸ ਸੰਸਾਰ ਦੇ ਵਿੱਚ ਰਹਿ ਕੇ ਗਏ, ਉਹਨਾਂ ਨੇ ਇੱਕ ਪਵਿੱਤਰਤਾਈ ਦਾ, ਅਲੱਗਤਾਈ ਦਾ ਜੀਵਨ ਬਤੀਤ ਕੀਤਾ, ਆਗਿਆਕਾਰੀ ਦਾ ਜੀਵਨ ਬਤੀਤ ਕੀਤਾ। ਸੋ ਸਾਡੇ ਲਈ ਵੀ ਜ਼ਰੂਰੀ ਹੈ ਕਿ ਅਸੀਂ ਆਗਿਆਕਾਰੀਤਾ, ਪਵਿੱਤਰਤਾਈ ਦਾ ਜੀਵਨ ਤੇ ਅਲੱਗਤਾਈ ਦਾ ਜੀਵਨ ਬਤੀਤ ਕਰੀਏ। ਲੋਕ ਸਾਡਿਆਂ ਜੀਵਨਾਂ ਤੋਂ ਪ੍ਰਭੂ ਯੀਸ਼ੂ ਮਸੀਹ ਨੂੰ ਦੇਖ ਸਕਣ, ਫਿਰ ਹੀ ਅਸੀਂ ਮਸੀਹੀ ਅਖਵਾ ਸਕਦੇ ਹਾਂ। ਕਿਉਂਕਿ ਮਸੀਹੀ ਸ਼ਬਦ ਦਾ ਅਸਲ ਮਤਲਬ ਹੀ ਇਹੀ ਹੈ, ਪ੍ਰਭੂ ਯੀਸ਼ੂ ਮਸੀਹ ਵਰਗੇ ਜਾਂ ਉਸ ਦੇ ਪਿੱਛੇ ਚੱਲਣ ਵਾਲੇ। ਜਦੋਂ ਅਸੀਂ ਪ੍ਰਭੂ ਯੀਸ਼ੂ ਮਸੀਹ ਵਰਗੇ ਹਾਂ, ਜਦੋਂ ਸਾਡੇ ਨਾਮ ਦੇ ਪਿੱਛੇ ਮਸੀਹੀ ਲਿਖਿਆ ਜਾਂਦਾ ਹੈ, ਜਾਂ ਫਿਰ ਜਦੋਂ ਅਸੀਂ ਮਸੀਹ ਅਖਵਾਉਂਦੇ ਹਾਂ, ਤੇ ਸਾਡੇ ਲਈ ਜ਼ਰੂਰੀ ਹੈ ਕਿ ਸਾਡਿਆਂ ਜੀਵਨਾਂ ਤੋਂ ਵੀ ਪ੍ਰਭੂ ਯੀਸ਼ੂ ਮਸੀਹ ਦਿਖਾਈ ਦੇਣ। ਸਾਡੇ ਜੀਵਨਾਂ ਨੂੰ ਵੇਖ ਕੇ ਲੋਕ ਪ੍ਰਭੂ ਯੀਸ਼ੂ ਮਸੀਹ ਨੂੰ ਗ੍ਰਹਿਣ ਕਰਨ। ਮੇਰੇ ਪ੍ਰਿਓ, ਮੈਂ ਚਾਹੁੰਦਾ ਹਾਂ ਕਿ ਅਸੀਂ ਸਾਰੇ ਇਸ ਗੱਲ ਨੂੰ ਪੂਰੀਆਂ ਕਰਨ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਅੱਗੇ ਵਧਦੇ ਜਾਈਏ। ਅਸੀਂ ਪੂਰੇ ਜ਼ੋਰ ਦੇ ਨਾਲ, ਪੂਰੀ ਆਗਿਆਕਾਰੀ ਦੇ ਨਾਲ, ਪੂਰੀ ਵਫਾਦਾਰੀ ਦੇ ਨਾਲ ਪਰਮੇਸ਼ਵਰ ਦੇ ਵਚਨਾਂ ਨੂੰ ਪੂਰੀਆਂ ਕਰਨ ਦੇ ਵਿੱਚ ਲੱਗੇ ਰਹੀਏ। ਜਿਸ ਤਰ੍ਹਾਂ ਅਸੀਂ ਪੜ੍ਹਿਆ, ਯਹੂਨਾ ਦੇ ਵਿੱਚ ਲਿਖਿਆ ਹੈ, ਉਹ ਕਹਿੰਦਾ ਹੈ, ਜੇਕਰ ਤੁਸੀਂ ਮੈਨੂੰ ਪ੍ਰੇਮ ਕਰਦੇ ਹੋ ਤਾਂ ਮੇਰੀ ਆਗਿਆਵਾਂ ਨੂੰ ਵੀ ਮੰਨੋਗੇ, ਮੇਰਿਆਂ ਹੁਕਮਾਂ ਨੂੰ ਵੀ ਮੰਨੋਗੇ। ਤੇ ਸੱਚਮੁੱਚ ਅਸੀਂ ਆਪਣੇ ਸ਼ਬਦਾਂ ਦੇ ਨਾਲ, ਅਸੀਂ ਸਿਰਫ ਟਾਈਟਲ ਦੇ ਮਸੀਹ ਨਾ ਰਹਿ ਜਾਈਏ, ਸਿਰਫ ਨਾਮ ਦੇ ਮਸੀਹੀ ਨਾ ਰਹਿ ਜਾਈਏ, ਬਲਕਿ ਅਸੀਂ ਆਪਣੇ ਪੂਰੇ ਜੀਵਨ ਤੋਂ, ਪੂਰੇ ਚਾਲ ਚੱਲਣ ਤੋਂ ਮਸੀਹ ਨੂੰ ਦਰਸਾਈਏ, ਉਸ ਦੇ ਹੁਕਮਾਂ ਤੇ ਵਿਧੀਆਂ ਨੂੰ ਮੰਨਦੇ ਰਹੀਏ। ਸੰਸਾਰ ਦੇ ਵਿੱਚ ਮਸੀਹਤ ਨੂੰ ਇੱਕ ਨਵੇਂ ਪੱਧਰ ਤੇ ਲੈ ਆਈਏ ਕਿ ਲੋਕ ਸੱਚਮੁੱਚ ਦੇਖਣ ਤੇ ਆਦਰ ਦੇ ਨਾਲ ਕਹਿਣ ਕਿ ਹਾਂ, ਇਹ ਪ੍ਰਭੂ ਯੀਸ਼ੂ ਮਸੀਹ ਵਰਗੇ ਨੇ। ਸੋ ਪ੍ਰਭੂ ਤੁਹਾਨੂੰ ਇਹਨਾਂ ਵਚਨਾਂ ਦੁਆਰਾ ਆਸ਼ੀਸ਼ ਤੇ ਬਰਕਤ ਦੇਵੇ। ਤੁਹਾਡੇ ਸਭਨਾਂ ਦੇ ਉੱਤੇ ਸਲਾਮਤੀ ਬਣੀ ਰਵੇ। ਖਾਸ ਤੌਰ ਤੇ ਇਸ ਸਮੇਂ ਦੇ ਵਿੱਚ ਜੋ ਅੰਤ ਦੇ ਦਿਨ ਨੇ, ਪ੍ਰਭੂ ਆਪ ਸਭ ਦੀ ਹਿਫਾਜ਼ਤ ਕਰੇ, ਰਖਵਾਲੀ ਕਰੇ ਤੇ ਆਪ ਸਭ ਨੂੰ ਪਵਿੱਤਰਤਾਈ ਦੇ ਨਾਲ, ਵਫਾਦਾਰੀ ਦੇ ਨਾਲ ਮਸੀਹ ਜੀਵਨ ਜੀਣ ਦਾ, ਬਤੀਤ ਕਰਨ ਦਾ ਇੱਕ ਵੱਡਾ ਫਜ਼ਲ ਦੇਵੇ। ਪ੍ਰਭੂ ਤੁਹਾਨੂੰ ਸਭਨਾਂ ਨੂੰ ਬਰਕਤ ਦੇਵੇ। ਸਭਨਾਂ ਨੂੰ ਜੈ ਮਸੀਹ।